ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਪਾਰਟ 4 ਸਾਇੰਸ ਸਿਟੀ ਗਿਆਨ ਵਿਗਿਆਨ ਅਤੇ ਮਨੋਰੰਜਨ ਦਾ ਅਨੋਖਾ ਸੰਗਮ। ਦੇਖੋ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਲੋਕਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਅਤੇ ਸਮਾਜ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਦੇ ਉਪਰਾਲੇ ਸ਼ੁਰੂ ਹੋ ਗਏ ਸਨ। ਯਾਨੀ ਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋ ਚੁੱਕਿਆ ਸੀ, ਉਸ ਤੋਂ ਬਾਅਦ ਵੀ ਜਿਹੜਾ ਹੈ ਇਹ ਤਰੱਕੀ ਨਹੀਂ ਸੀ ਕਰ ਸਕਿਆ, ਤਾਂ ਇਸ ਲਈ ਜਿਹੜਾ ਹੈ ਵਿਗਿਆਨ ਦੀ ਲੋੜ ਪਈ ਅਤੇ ਇਸ ਵਿੱਚੋਂ ਜਿਹੜੇ ਲੋਕਾਂ ਵਿੱਚ ਵਹਿਮ ਭਰਮ ਭਰੇ ਹੋਏ ਸਨ, ਉਹਨਾਂ ਨੂੰ ਦੂਰ ਕਰਨ ਲਈ ਜਿਹੜਾ ਹੈ ਬਹੁਤ ਸਾਰੇ ਉਪਰਾਲੇ ਸ਼ੁਰੂ ਹੋ ਗਏ। ਉਪਰਾਲੇ ਸ਼ੁਰੂ ਕਰਨ ਦਾ ਮਤਲਬ ਹੈ ਕਿ ਯਤਨ ਜਿਹੜਾ ਹੈ ਇਹਨਾਂ ਨੂੰ ਦੂਰ ਕਰਨ ਲਈ ਸ਼ੁਰੂ ਕੀਤੇ ਗਏ। ਬਹੁਤ ਸਾਰੀਆਂ ਕੌਮੀ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ ਉਸ ਸਮੇਂ ਸਥਾਪਿਤ ਹੋਈਆਂ, ਜਿਨ੍ਹਾਂ ਨੇ ਭਾਰਤ ਦੇ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ। ਪ੍ਰਯੋਗਸ਼ਾਲਾਵਾਂ ਦਾ ਮਤਲਬ ਹੈ ਕਿ ਜਿੱਥੇ ਪ੍ਰਯੋਗ ਕੀਤੇ ਜਾਂਦੇ ਸਨ, ਕਿ ਬਹੁਤ ਸਾਰੀਆਂ ਜਿਹੜੀਆਂ ਹਨ ਪ੍ਰਯੋਗਸ਼ਾਲਾਵਾਂ ਸਥਾਪਿਤ ਹੋਈਆਂ ਅਤੇ ਇਹਨਾਂ ਦੇ ਵਿੱਚ ਜਿਹੜਾ ਵਿਕਾਸ ਦਾ ਅਹਿਮ ਦਾ ਮਤਲਬ ਹੈ ਬਹੁਤ ਜ਼ਰੂਰੀ ਜਿਹੜਾ ਹੈ ਯੋਗਦਾਨ ਉਹਨਾਂ ਨੇ ਪਾਇਆ। ਭਾਰਤ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਵਿੱਚ ਵਿਗਿਆਨਕ ਸੋਚ ਦਾ ਹੋਣਾ ਅਤੀ ਜ਼ਰੂਰੀ ਹੈ। ਯਾਨੀ ਕਿ ਜੇਕਰ ਸਾਨੂੰ ਭਾਰਤ ਦੀ ਤਰੱਕੀ ਚਾਹੀਦੀ ਹੈ ਤਾਂ ਹਰ ਮਨੁੱਖ ਦੇ ਅੰਦਰ ਜਿਹੜਾ ਹੈ ਵਿਗਿਆਨਕ ਸੋਚ ਪੈਦਾ ਕਰਨੀ ਜ਼ਰੂਰੀ ਹੈ। ਇਸ ਦਿਸ਼ਾ ਵਿੱਚ ਅਤੇ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰਥਲਾ ਸੜਕ ਦੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ 'ਤੇ 72 ਏਕੜ ਜ਼ਮੀਨ ਵਿੱਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣਾਇਆ ਗਿਆ ਹੈ। ਯਾਨੀ ਕਿ ਇਸ ਦੀ ਲੋੜ ਵਿੱਚ ਯਾਨੀ ਕਿ ਗਿਆਨ ਦੇ ਵਿੱਚ ਵਾਧਾ ਕਰਨ ਲਈ ਜਦੋਂ ਵਿਗਿਆਨਕ ਤੌਰ 'ਤੇ ਇਸ ਦੀ ਸਥਾਪਨਾ ਕੀਤੀ ਗਈ ਤਾਂ ਕਿੱਥੇ ਕੀਤੀ ਗਈ? ਜਲੰਧਰ ਕਪੂਰਥਲਾ ਸੜਕ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ, ਯਾਨੀ ਕਿ ਪੰਜਾਬ ਦੇ ਵਿੱਚ ਇਸ ਦੀ ਸਥਾਪਨਾ ਹੋਈ। ਉਸ ਦੇ ਕਿੰਨੇ ਏਕੜ? 72 ਏਕੜ ਜ਼ਮੀਨ ਦੇ ਵਿੱਚ ਇਸ ਦਾ ਨਾਮ ਕੀ ਹੈ? ਪੂਰਾ ਨਾਮ ਕੀ ਹੈ? ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣਾਇਆ ਗਿਆ। ਸਾਇੰਸ ਸਿਟੀ ਦੀ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਦੁਆਰਾ 17 ਅਕਤੂਬਰ 1997 ਨੂੰ ਰੱਖਿਆ ਗਿਆ। ਇਸ ਦੀ ਸਥਾਪਨਾ ਜਿਹੜੀ ਹੈ ਇੰਦਰ ਕੁਮਾਰ ਗੁਜਰਾਲ ਦੁਆਰਾ 17 ਅਕਤੂਬਰ 1997 ਨੂੰ ਸਥਾਪਿਤ ਕੀਤਾ ਗਿਆ। ਇਸ ਉਪਰਾਲੇ ਦਾ ਮੰਤਵ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਗਿਆਨਕ ਦੇ ਸਿਧਾਂਤ 'ਤੇ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈ। ਯਾਨੀ ਕਿ ਇਸ ਦੀ ਸਥਾਪਨਾ ਕਿਉਂ ਕੀਤੀ ਗਈ? ਕਿਉਂਕਿ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਹੈ, ਇਸ ਦੇ ਜਿਹੜੇ ਹੈ ਵਿਗਿਆਨਕ ਤੌਰ 'ਤੇ ਮਨੋਰੰਜਕ ਤਰੀਕੇ ਨਾਲ ਜਿਹੜਾ ਹੈ ਇਹਨਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। 19 ਮਾਰਚ 2005 ਨੂੰ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਸਾਇੰਸ ਸਿਟੀ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਮਾਤਾ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਂ 'ਤੇ ਰੱਖਿਆ ਗਿਆ। ਯਾਨੀ ਕਿ ਇਸ ਦੀ ਸਥਾਪਨਾ ਜਿਹੜੀ ਹੈ ਇੰਦਰ ਕੁਮਾਰ ਗੁਜਰਾਲ ਦੁਆਰਾ ਕੀਤੀ ਗਈ ਅਤੇ ਇਸ ਦਾ ਨਾਮ ਜਿਹੜਾ ਹੈ ਇਹਨਾਂ ਦੀ ਮਾਤਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਪੁਸ਼ਪਾ ਗੁਜਰਾਲ ਜੋ ਕਿ ਇਹਨਾਂ ਦੀ ਮਾਤਾ ਸੀ, ਤਾਂ ਇਸ ਦਾ ਪੂਰਾ ਨਾਮ ਜਿਹੜਾ ਹੈ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਇਹਨਾਂ ਦੀ ਮਾਤਾ ਦੇ ਨਾਮ 'ਤੇ ਰੱਖਿਆ ਗਿਆ। ਆਪ ਇੱਕ ਸਮਾਜ ਸੇਵਕਾ ਸਨ। ਹੁਣ ਤੱਕ ਦੇਸ਼ ਭਰ ਦੇ ਲੱਖਾਂ ਲੋਕ ਪੰਜਾਬ ਵਿੱਚ ਸਾਇੰਸ ਸਿਟੀ ਵਿਖੇ ਆ ਕੇ ਆਨੰਦ ਮਾਣ ਚੁੱਕੇ ਹਨ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਇੱਕ ਬਹੁਤ ਵੱਡੇ ਗਲੋਬ 'ਤੇ ਪੈਂਦੀ ਹੈ। ਗਲੋਬ ਦਾ ਅਰਥ ਹੈ ਕਿ ਜਿਹੜਾ ਭੂਮੰਡਲ ਹੈ, ਯਾਨੀ ਕਿ ਧਰਤੀ ਦੇ ਉੱਤੇ ਜਿਹੜਾ ਹੈ ਧਰਤੀ ਦਾ ਜਿਹੜਾ ਇੱਕ ਨਕਸ਼ਾ ਹੈ ਉਹ ਗੋਲੇ ਦੇ ਆਕਾਰ ਵਿੱਚ ਬਣਾਇਆ ਜਾਂਦਾ ਹੈ, ਉਸ ਨੂੰ ਭੂਮੰਡਲ ਗਲੋਬ ਕਿਹਾ ਜਾਂਦਾ ਹੈ। ਇਹ ਗਲੋਬ ਵੱਖ-ਵੱਖ ਰੰਗਾਂ ਦੀਆਂ 25 ਲੱਖ ਟਾਇਲਾਂ ਨਾਲ ਬਣਾਇਆ ਗਿਆ ਹੈ। ਬਾਹਰੋਂ ਦਿਸਣ ਵਾਲਾ ਗਲੋਬ ਅਸਲ ਵਿੱਚ ਇੱਕ ਥੀਏਟਰ ਹੈ। ਯਾਨੀ ਕਿ ਬਾਹਰੋਂ ਜਿਹੜਾ ਹੈ ਇਹ ਗੋਲੇ ਦੇ ਆਕਾਰ ਦੇ ਵਿੱਚ ਬਣਾਇਆ ਗਿਆ ਹੈ, ਜਿਸ ਤਰ੍ਹਾਂ ਧਰਤੀ ਦਾ ਇੱਕ ਨਕਸ਼ਾ ਗੋਲੇ ਦੇ ਉੱਤੇ ਬਣਾਇਆ ਜਾਂਦਾ ਹੈ, ਪਰ ਅੰਦਰੋਂ ਜਿਹੜਾ ਹੈ ਇਹ ਇੱਕ ਥੀਏਟਰ ਹੈ। ਥੀਏਟਰ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਇੱਕ ਫਿਲਮ ਦਿਖਾਈ ਜਾਂਦੀ ਹੈ ਜਾਂ ਇੱਕ ਸ਼ੋਅ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਆਮ ਸਿਨੇਮਾ ਨਾਲੋਂ 10 ਗੁਣਾ ਵੱਡੀ ਸਕਰੀਨ 'ਤੇ ਫਿਲਮ ਦਿਖਾਈ ਜਾਂਦੀ ਹੈ। ਯਾਨੀ ਕਿ ਆਮ ਜਿਹੜਾ ਸਿਨੇਮਾ ਹੈ ਉਸ ਨਾਲੋਂ 10 ਗੁਣਾ ਵੱਡੀ ਸਕਰੀਨ 'ਤੇ ਇੱਥੇ ਫਿਲਮ ਦਿਖਾਈ ਜਾਂਦੀ ਹੈ। ਇਹ ਆਪਣੀ ਤਰ੍ਹਾਂ ਦਾ ਹੀ ਇੱਕ ਸਪੇਸ ਥੀਏਟਰ ਹੈ। ਆਲੇ ਦੁਆਲੇ ਸਕਰੀਨ ਵਾਲੇ ਇਸ ਥੀਏਟਰ ਵਿੱਚ ਬੱਦਲ ਗਰਜਣ ਤੋਂ ਲੈ ਕੇ ਇੱਕ ਸੂਈ ਡਿੱਗਣ ਦੀ ਆਵਾਜ਼ ਬਿਲਕੁਲ ਸਾਫ਼ ਸੁਣਾਈ ਦਿੰਦੀ ਹੈ। ਯਾਨੀ ਕਿ ਇਹ ਇੰਨਾ ਵੱਡਾ ਹੈ ਕਿ ਜੇਕਰ ਇੱਥੇ ਸੂਈ ਵੀ ਡਿੱਗ ਜਾਵੇ ਤਾਂ ਉਸ ਦੀ ਆਵਾਜ਼ ਵੀ ਜਿਹੜੀ ਹੈ ਪੂਰੇ ਉਹਦੇ ਵਿੱਚ ਸੁਣਾਈ ਦਿੰਦੀ ਹੈ। ਇਸ ਵਿੱਚ ਬੈਠ ਕੇ ਫਿਲਮ ਦੇਖਦਿਆਂ ਤੁਹਾਨੂੰ ਇੰਝ ਲੱਗੇਗਾ ਕਿ ਤੁਸੀਂ ਜਿਵੇਂ ਆਪ ਹੀ ਫਿਲਮ ਦਾ ਇੱਕ ਹਿੱਸਾ ਹੋਵੋ। ਇਸ ਪੁਲਾੜੀ ਥੀਏਟਰ ਵਿੱਚ ਡਿਜੀਟਲ ਪਲੈਨੇਟੇਰੀਅਮ ਦਾ ਸ਼ੋਅ ਵੀ ਦਿਖਾਇਆ ਜਾਂਦਾ ਹੈ। ਪੁਲਾੜ ਦਾ ਮਤਲਬ ਹੈ ਆਕਾਸ਼, ਥੀਏਟਰ ਮਤਲਬ ਜਿੱਥੇ ਆਕਾਸ਼ ਦੇ ਬਾਰੇ ਫਿਲਮਾਂ, ਪਲੈਨੇਟੇਰੀਅਮ ਸ਼ੋਅ ਯਾਨੀ ਕਿ ਗ੍ਰਹਿਆਂ ਦਾ ਜਿਹੜਾ ਸ਼ੋਅ ਦਿਖਾਇਆ ਜਾਂਦਾ ਹੈ। ਇਹ ਥੀਏਟਰ ਇੱਕਦਮ ਰਾਤ ਦੇ ਆਕਾਸ਼ ਵਿੱਚ ਬਦਲ ਜਾਂਦਾ ਹੈ, ਯਾਨੀ ਕਿ ਜਿਸ ਤਰ੍ਹਾਂ ਰਾਤ ਦਾ ਇੱਕਦਮ ਸੀਨ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਇਹ ਥੀਏਟਰ ਦਾ ਜਿਹੜਾ ਇੱਕਦਮ
ਬਦਲ ਜਾਂਦਾ ਹੈ। ਅਤੇ ਫਿਰ ਸ਼ੁਰੂ ਹੁੰਦੀ ਹੈ ਤਾਰਿਆਂ ਦੀ ਦਾਸਤਾਨ। ਦਾਸਤਾਨ ਦਾ ਮਤਲਬ ਹੈ ਕਹਾਣੀ। ਅੰਧੇਰਾ ਹੋਣ ਤੋਂ ਬਾਅਦ ਹੈ ਤਾਰਿਆਂ ਯਾਨੀ ਕਿ ਆਕਾਸ਼ ਦਾ ਜਿਹੜਾ ਸੀਨ ਦਿਖਾਇਆ ਜਾਂਦਾ ਹੈ। ਤਾਰਿਆਂ ਦੀ ਦਾਸਤਾਨ, ਗਲੈਕਸੀਆਂ ਦਾ ਬਣਨਾ ਯਾਨੀ ਕਿ ਗਲੈਕਸੀ ਮਤਲਬ ਤਾਰਿਆਂ ਦਾ ਜਿਹੜਾ ਇਕੱਠ ਹੈ, ਕਿਸ ਤਰ੍ਹਾਂ ਆਪਸ ਦੇ ਵਿੱਚ ਜੁੜ ਕੇ ਇਹ ਬਣਦੇ ਹਨ। ਤਾਰਿਆਂ ਦਾ ਟੁੱਟਣਾ ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਇਹ ਟੁੱਟ ਕੇ ਜਿਹੜੇ ਵੱਖ ਵੱਖ ਹੁੰਦੇ ਹਨ। ਵੱਖ ਵੱਖ ਗ੍ਰਹਿਆਂ ਦਾ ਗਿਆਨ ਜਿਹੜਾ ਹੈ ਇੱਥੇ ਦਿੱਤਾ ਜਾਂਦਾ ਹੈ। ਸਾਇੰਸ ਸਿਟੀ ਦੀ ਪੁਲਾੜੀ ਗੈਲਰੀ ਵਿੱਚ ਪੁਲਾੜ ਦੇ ਰਹਿਣ ਸਹਿਣ ਅਤੇ ਖਾਣ ਪੀਣ ਬਾਰੇ ਬਹੁਮੁੱਲਾ ਗਿਆਨ ਹੈ। ਯਾਨੀ ਕਿ ਇੱਥੇ ਜਿਹੜਾ ਹੈ ਪੁਲਾੜ ਦੇ ਵਿੱਚ, ਆਕਾਸ਼ ਦੇ ਵਿੱਚ ਜਿਹੜੇ ਜਾਂਦੇ ਹਨ ਉਹਨਾਂ ਦੇ ਰਹਿਣ ਸਹਿਣ, ਖਾਣ ਪੀਣ ਬਾਰੇ ਜਿਹੜਾ ਹੈ ਕਾਫੀ ਜਾਣਕਾਰੀ ਦਿੱਤੀ ਜਾਂਦੀ ਹੈ। ਸਪੇਸ ਸ਼ਟਲ ਦਾ ਮਾਡਲ ਵੀ ਇੱਥੇ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇੱਥੇ ਦੇ ਫਲਾਈਟ ਸਿਮੂਲੇਟਰ ਵਿੱਚ ਬੈਠਿਆਂ ਤੁਹਾਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਵੇਗਾ। 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ 'ਤੇ ਜੇਕਰ ਤੁਸੀਂ ਹਵਾਈ ਜਹਾਜ਼ ਵਾਲੀ ਫਿਲਮ ਵੇਖੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਤੁਸੀਂ ਹਵਾਈ ਜਹਾਜ਼ ਵਿੱਚ ਬੈਠ ਕੇ ਆਕਾਸ਼ ਵਿੱਚ ਉੱਡ ਰਹੇ ਹੋ। ਯਾਨੀ ਕਿ ਜਿਹੜੇ ਫਲਾਈਟ ਸਿਮੂਲੇਟਰ ਇੱਥੇ ਸੀਟ ਹੈ, ਇਸ ਤਰ੍ਹਾਂ ਤੁਹਾਨੂੰ ਲੱਗੇਗਾ ਕਿ ਜਿਵੇਂ ਤੁਸੀਂ ਆਪ ਹੀ ਹਵਾਈ ਜਹਾਜ਼ ਦੇ ਵਿੱਚ ਬੈਠ ਕੇ ਉੱਡ ਰਹੇ ਹੋ। ਫਲਾਈਟ ਸਿਮੂਲੇਟਰ ਦੇ ਨਾਲ ਨਾਲ ਇੱਥੇ ਅਰਥਕੁਏਕ ਸਿਮੂਲੇਟਰ ਦਾ ਵੀ ਸ਼ੋਅ ਹੈ। ਅਰਥਕੁਏਕ ਦਾ ਮਤਲਬ ਹੈ ਕਿ ਜਦੋਂ ਭੂਕੰਪ ਆਉਂਦਾ ਹੈ ਉਸ ਦਾ ਜਿਹੜਾ ਸ਼ੋਅ ਹੈ ਉਹ ਵੀ ਤੁਹਾਨੂੰ ਦਿਖਾਇਆ ਜਾਂਦਾ ਹੈ, ਜਿਸ 'ਤੇ ਬੈਠਿਆਂ ਤੁਹਾਨੂੰ ਭੂਚਾਲ ਦੇ ਬਿਲਕੁਲ ਅਸਲੀ ਝਟਕਿਆਂ ਵਰਗਾ ਅਹਿਸਾਸ ਹੋਵੇਗਾ। ਯਾਨੀ ਕਿ ਜਦੋਂ ਤੁਸੀਂ ਇਸ ਸ਼ੋਅ ਲਈ ਬੈਠੋਗੇ ਤਾਂ ਤੁਹਾਨੂੰ ਇੰਝ ਲੱਗੇਗਾ ਕਿ ਜਿਵੇਂ ਤੁਹਾਡੇ ਲਈ ਹੀ ਭੂਚਾਲ ਦੇ ਝਟਕੇ ਆ ਰਹੇ ਹਨ। ਇਸ ਸਿਮੂਲੇਟਰ ਦੇ ਸਾਹਮਣੇ ਲੱਗੀ ਸਕਰੀਨ 'ਤੇ ਦਿਖਾਇਆ ਜਾਂਦਾ ਹੈ ਕਿ ਤੁਸੀਂ ਘਰ ਦੀਆਂ ਵੱਖ ਵੱਖ ਮੰਜ਼ਿਲਾਂ, ਵੱਖ ਵੱਖ ਕਰੈਕਟਰ ਪੈਮਾਨਿਆਂ 'ਤੇ ਭੂਚਾਲ ਨੂੰ ਕਿੰਝ ਮਹਿਸੂਸ ਕਰਦੇ ਹੋ। ਯਾਨੀ ਕਿ ਜਦੋਂ ਤੁਸੀਂ ਘਰ ਵਿੱਚ ਹੋ ਜਾਂ ਕਿਸੇ ਹੋਰ ਥਾਂ 'ਤੇ ਹੋ ਤਾਂ ਭੂਚਾਲ ਆਉਂਦਾ ਤਾਂ ਇਸ 'ਤੇ ਸਾਰੀ ਜਗ੍ਹਾ ਦਾ ਜਿਹੜਾ ਹੈ ਤੁਹਾਨੂੰ ਪੇਸ਼ ਕੀਤਾ ਜਾਏਗਾ ਕਿ ਕਿਸ ਜਗ੍ਹਾ 'ਤੇ ਕਿਸ ਤਰ੍ਹਾਂ ਦੇ ਝਟਕੇ ਜਿਹੜੇ ਹਨ ਮਹਿਸੂਸ ਹੁੰਦੇ ਹਨ। ਜੇਕਰ ਤੁਸੀਂ ਘਰ ਦੀ ਪਹਿਲੀ ਮੰਜ਼ਿਲ 'ਤੇ ਹੋ ਜਾਂ ਬਾਹਰ ਦੇ ਕਿਸੇ ਏਰੀਏ ਵਿੱਚ ਹੋ ਤਾਂ ਕਿਸ ਤਰ੍ਹਾਂ ਦੇ ਝਟਕੇ ਉੱਥੇ ਜਦੋਂ ਭੂਚਾਲ ਦੇ ਮਹਿਸੂਸ ਹੁੰਦੇ ਹਨ। ਇਸ ਸਿਮੂਲੇਟਰ ਦੇ ਬਾਹਰ ਦਰਸਾਇਆ ਗਿਆ ਹੈ ਕਿ ਭੂਚਾਲ ਆਉਣ 'ਤੇ ਇੱਕਦਮ ਕੀ ਕਰਨਾ ਚਾਹੀਦਾ ਹੈ। ਸਾਇੰਸ ਸਿਟੀ ਦਾ 3D ਸ਼ੋਅ ਵੀ ਕਮਾਲ ਦਾ ਹੈ। ਇਸ ਸ਼ੋਅ ਸਪੈਸ਼ਲ ਐਨਕਾਂ ਨਾਲ ਦੇਖਿਆ ਜਾਂਦਾ ਹੈ। ਯਾਨੀ ਕਿ ਜਿਹੜਾ 3D ਸ਼ੋਅ ਹੈ ਇਹ ਨੰਗੀਆਂ ਅੱਖਾਂ ਨਾਲ ਅਸੀਂ ਨਹੀਂ ਦੇਖ ਸਕਦੇ, ਇਹ ਸਪੈਸ਼ਲ ਐਨਕਾਂ ਨਾਲ ਜਿਹੜਾ ਹੈ ਦੇਖਿਆ ਜਾਂਦਾ ਹੈ। ਇਸ ਥੀਏਟਰ ਵਿੱਚ ਬੈਠਦਿਆਂ ਤੁਹਾਨੂੰ ਇੰਝ ਲੱਗੇਗਾ ਕਿ ਫਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਤੁਹਾਨੂੰ ਛੂਹ ਰਹੇ ਹਨ। ਯਾਨੀ ਕਿ ਜਦੋਂ ਤੁਸੀਂ ਚਸ਼ਮਾ ਲਗਾ ਕੇ, ਐਨਕਾਂ ਲਗਾ ਕੇ ਇਸ ਨੂੰ ਦੇਖੋਗੇ ਤਾਂ ਤੁਹਾਨੂੰ ਇੰਝ ਲੱਗੇਗਾ ਕਿ ਜਿਵੇਂ ਜਿਹੜੇ ਫਿਲਮ ਦੇ ਜਿਹੜੇ ਕਿਰਦਾਰ ਹਨ, ਕਿਰਦਾਰ ਦਾ ਮਤਲਬ ਹੈ ਪਾਤਰ ਹਨ, ਉਹ ਤੁਹਾਨੂੰ ਬਾਹਰ ਆ ਕੇ ਤੁਹਾਡੇ ਕੋਲ ਹੀ ਮਹਿਸੂਸ ਹੋ ਰਹੇ ਹਨ। ਸਾਇੰਸ ਸਿਟੀ ਵਿੱਚ ਲੇਜ਼ਰ ਦੀਆਂ ਕਿਰਨਾਂ 'ਤੇ ਆਧਾਰਿਤ ਲੇਜ਼ਰ ਸ਼ੋਅ ਵੀ ਦਿਖਾਇਆ ਜਾਂਦਾ ਹੈ। ਲੇਜ਼ਰ ਦੀ ਖੋਜ 1960 ਵਿੱਚ ਪ੍ਰਸਿੱਧ ਇੰਜੀਨੀਅਰ ਥੋਡਰ ਮੈਮਾਈਨ ਨੇ ਕੀਤੀ ਸੀ। ਯਾਨੀ ਕਿ ਲੇਜ਼ਰ ਦੀ ਖੋਜ 1960 ਵਿੱਚ ਜਿਹੜਾ ਹੈ ਥੋਡਰ ਮੈਮਾਈਨ ਦੁਆਰਾ ਕੀਤੀ ਗਈ। ਆਧੁਨਿਕ ਯੁੱਗ ਵਿੱਚ ਉਦਯੋਗ ਦੇ ਮਨੁੱਖ ਜੀਵਨ ਲਈ ਲੇਜ਼ਰ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਆਨੰਦ ਦੇ ਨਾਲ ਨਾਲ ਲੇਜ਼ਰ ਅੱਖਾਂ ਦੀ ਰੈਟੀਨਾ ਦੀ ਵੈਲਡਿੰਗ ਯਾਨੀ ਕਿ ਜਿਹੜੇ ਅੱਖਾਂ ਦੇ ਵਿੱਚ ਨਜ਼ਰ ਵਧਾਉਣ ਲਈ ਜਿਹੜੀ ਹੈ ਕਿਰਨਾਂ ਪਵਾਈਆਂ ਜਾਂਦੀਆਂ ਹਨ, ਕੈਂਸਰ ਥੈਰੇਪੀ ਅਤੇ ਜਿਹੜੇ ਚੀਰਾ ਰਹਿਤ ਆਪਰੇਸ਼ਨ ਕਰਨ ਲਈ ਵਰਤੇ ਜਾਂਦੇ ਹਨ। ਯਾਨੀ ਕਿ ਜਿਹੜੇ ਅੱਜ ਕੱਲ੍ਹ ਆਪਰੇਸ਼ਨ ਦੂਰਬੀਨ ਦੇ ਨਾਲ ਹੁੰਦੇ ਹਨ ਲੇਜ਼ਰ ਰਾਹੀਂ, ਉਹਨਾਂ ਲਈ ਜਿਹੜਾ ਹੈ ਇਹ ਬਹੁਤ ਹੀ ਸਿੱਧ ਹੋਈ ਹੈ। ਇੱਥੇ ਬਣੀ ਸਿਹਤ ਗੈਲਰੀ ਸਾਡੇ ਸਰੀਰ ਦੇ ਰਹੱਸਾਂ ਨੂੰ ਖੋਲ੍ਹਦੀ ਹੈ। ਇਸ ਤੋਂ ਬਾਅਦ ਆਉਂਦੀ ਹੈ ਸਿਹਤ ਗੈਲਰੀ, ਜੋ ਕਿ ਸਾਡੇ ਸਰੀਰ ਦੇ ਰਹੱਸਾਂ ਯਾਨੀ ਕਿ ਜਿਹੜੇ ਸਾਡੇ ਰਹੱਸ ਹਨ, ਅੰਦਰ ਦੇ ਜਿਹੜੇ ਪਾਰਟ ਹਨ ਉਹਨਾਂ ਨੂੰ ਪੇਸ਼ ਕਰਦੀ ਹੈ। ਇਸ ਗੈਲਰੀ ਦੇ ਅੰਦਰ ਵੜਦਿਆਂ ਹੀ ਸਭ ਤੋਂ ਪਹਿਲਾਂ ਨਜ਼ਰ ਪੈਂਦੀ ਹੈ 12 ਫੁੱਟ ਉੱਚੇ ਦਿਲ ਦੇ ਮਾਡਲ ਉੱਪਰ, ਜਿਸ ਦੇ ਵਿੱਚੋਂ ਲੰਘਦਿਆਂ ਤੁਹਾਨੂੰ ਦਿਲ ਦੀ ਅਸਲੀ ਧੜਕਣ ਦੀ ਆਵਾਜ਼ ਸੁਣਾਈ ਦੇਵੇਗੀ। ਮਾਡਲ ਦਾ ਮਤਲਬ ਹੈ ਨਮੂਨਾ, ਯਾਨੀ ਕਿ 12 ਫੁੱਟ ਉੱਚਾ ਜਿਹੜਾ ਹੈ ਦਿਲ ਦੇ ਆਕਾਰ ਦਾ ਜਿਹੜਾ ਮਾਡਲ ਨਮੂਨਾ ਪੇਸ਼ ਕੀਤਾ ਗਿਆ ਹੈ, ਉਸ ਵਿੱਚੋਂ ਲੰਘਦਿਆਂ ਤੁਹਾਨੂੰ ਦਿਲ ਦੇ ਅਸਲੀ ਧੜਕਣ, ਜਿਸ ਤਰ੍ਹਾਂ ਸਾਡੇ ਦਿਲ ਦੀ ਧੜਕਣ ਸੁਣਾਈ ਦਿੰਦੀ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਬਿਲਕੁਲ ਅਸਲੀ ਸੁਣਾਈ ਦੇਵੇਗੀ। ਇਸ ਤੋਂ ਇਲਾਵਾ ਇੱਥੇ ਪਾਰਦਰਸ਼ੀ ਮਨੁੱਖ ਥੀਏਟਰ ਵਿੱਚ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀ ਕਿਰਿਆ ਦਾ ਪਤਾ ਲੱਗਦਾ ਹੈ। ਪਾਰਦਰਸ਼ੀ ਦਾ ਮਤਲਬ ਹੈ ਕਿ ਆਰ ਪਾਰ ਦਿਖਾਈ ਦੇਣ ਵਾਲਾ। ਅਤੇ ਜਿਹੜਾ ਥੀਏਟਰ ਹੈ ਇਸ ਵਿੱਚ ਸਾਨੂੰ ਜਿਹੜੇ ਆਪਣੇ ਸਰੀਰ ਦੇ ਜਿਹੜੇ ਸਾਡੇ ਸਾਰੇ ਅੰਗ ਹਨ ਉਹ ਕਿਸ ਤਰ੍ਹਾਂ ਕਿਰਿਆ ਕਰਦੇ ਹਨ ਉਹਨਾਂ ਬਾਰੇ ਪਤਾ ਲੱਗਦਾ ਹੈ। ਸਾਡਾ ਦਿਲ ਦਿਨ ਵਿੱਚ ਕਿੰਨੀ ਵਾਰ ਧੜਕਦਾ ਹੈ, ਅਸੀਂ ਕਿੰਨੀ ਵਾਰ ਸਾਹ ਲੈਂਦੇ ਹਾਂ, ਇਹ ਸਾਰੇ ਪਾਰਦਰਸ਼ੀ ਮਨੁੱਖ ਸਾਨੂੰ ਬੋਲ ਕੇ ਦੱਸਦੇ ਹੈ। ਅੱਗੇ ਦੇਖੋ, HIV ਏਡਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਇੱਥੇ ਇੱਕ ਵੱਖਰੀ ਕਿਸਮ ਦੀ ਜਿਹੜੀ ਗੈਲਰੀ ਬਣਾਈ ਗਈ ਹੈ, ਜਿਸ ਵਿੱਚ ਇਸ ਬਿਮਾਰੀ ਦੇ ਲੱਛਣਾਂ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਹੈ।
ਇਸ ਵਿੱਚ ਕ੍ਰੋਮੋਸੋਮ DNA ਆਦਿ ਦੇ ਮਾਡਲ ਵੀ ਰੱਖੇ ਗਏ ਹਨ। ਯਾਨੀ ਕਿ ਜਿਹੜੀ HIV ਬਿਮਾਰੀ ਹੈ ਉਹਨਾਂ ਬਾਰੇ ਵੀ ਇੱਥੇ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਨੁਕਸਾਨ ਹੈ, ਅਤੇ ਕ੍ਰੋਮੋਸੋਮ ਅਤੇ DNA ਦੇ ਜਿਹੜੇ ਆਦਿ ਮਾਡਲ ਹਨ ਉਹ ਵੀ ਪੇਸ਼ ਕੀਤੇ ਗਏ ਹਨ। ਇਸ ਦੇ ਬਿਲਕੁਲ ਨਾਲ ਹੀ ਵਰਚੁਅਲ ਰਿਐਲਿਟੀ ਗੈਲਰੀ ਹੈ। ਇੱਥੇ ਲਾਈ ਗਈ ਪ੍ਰਦਰਸ਼ਨੀ ਵਿੱਚ ਸਕਰੀਨ 'ਤੇ ਦਿਖਾਈ ਦਿੰਦੀਆਂ ਤਿਤਲੀਆਂ ਸਾਹਮਣੇ ਖੜ੍ਹੇ ਦਰਸ਼ਕ ਵੀ ਹਿਲ ਜੁਲ ਕੇ ਨਾਲ ਹਿਲਦਿਆਂ ਹਨ, ਅਤੇ ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਤੁਹਾਡੇ ਉੱਪਰ ਆ ਕੇ ਬੈਠ ਗਈਆਂ ਹੋਣ। ਯਾਨੀ ਕਿ ਪ੍ਰਦਰਸ਼ਨੀ ਜਿਹੜੀ ਹੈ ਇਸ ਦੇ ਦਿਖਾਵੇ ਲਈ, ਯਾਨੀ ਕਿ ਸ਼ੋਅ ਪੀਸ ਜਿਹੜਾ ਹੁੰਦਾ ਹੈ ਪ੍ਰਦਰਸ਼ਨੀ, ਉਸ ਨੂੰ ਜਿਹੜੀ ਸਕਰੀਨ 'ਤੇ ਦਿਖਾਈ ਦਿੰਦੀ ਹੈ। ਤਿਤਲੀਆਂ ਜਿਹੜੀਆਂ ਸਾਹਮਣੇ ਖੜ੍ਹੇ ਪ੍ਰਦਰਸ਼ਕ ਦੀ ਹਿਲ ਜੁਲ ਦੇ ਨਾਲ ਹੀ ਹਿਲਦੀਆਂ ਹਨ। ਯਾਨੀ ਕਿ ਤਿਤਲੀਆਂ ਜਿਹੜੀ ਪ੍ਰਦਰਸ਼ਨੀ ਲਾਈ ਗਈ ਹੈ, ਜੇਕਰ ਉਸ ਦੇ ਸਾਹਮਣੇ ਖੜ੍ਹਾ ਮਨੁੱਖ ਹਿੱਲੇਗਾ ਤਾਂ ਉਹ ਵੀ ਉਸੇ ਤਰ੍ਹਾਂ ਹੀ ਹਿਲਦੀਆਂ ਜੁਲਦੀਆਂ ਪ੍ਰਤੀਤ ਹੁੰਦੀਆਂ ਹਨ, ਅਤੇ ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਹ ਤੁਹਾਡੇ ਉੱਪਰ ਆ ਕੇ ਬੈਠ ਗਈਆਂ ਹੋਣ। ਇਸ ਤਰ੍ਹਾਂ ਹੀ ਇੱਕ ਹੋਰ ਪ੍ਰਦਰਸ਼ਨੀ ਵੀ ਦਿਖਾਈ ਦਿੰਦੀ ਹੈ। ਦਿਲਕਸ਼ ਬੁਲਬੁਲਿਆਂ 'ਤੇ ਤੁਸੀਂ ਆਪਣੇ ਪਰਛਾਵੇਂ ਦੀ ਸਹਾਇਤਾ ਨਾਲ ਛੱਲੇ ਵੀ ਬਣਾ ਸਕਦੇ ਹੋ। ਯਾਨੀ ਕਿ ਜੇਕਰ ਜਿਹੜਾ ਸਾਡਾ ਪਰਛਾਵਾਂ ਹੈ ਉਹਨਾਂ ਦੇ ਉੱਤੇ ਪਏਗਾ ਤਾਂ ਅਸੀਂ ਉਹਨਾਂ ਨੂੰ ਘੁਮਾ ਕੇ ਇੱਕ ਛੱਲੇ ਦੇ ਰੂਪ ਵਿੱਚ ਪੇਸ਼ ਕਰਦੇ ਹਾਂ, ਜੋ ਇੱਕ ਚੁਣੌਤੀ ਭਰਪੂਰ ਕੰਮ ਹੈ। ਪਰਛਾਵਿਆਂ 'ਤੇ ਆਧਾਰਿਤ ਪ੍ਰਦਰਸ਼ਨੀਆਂ ਵਰਚੁਅਲ ਸੈਂਡ ਪ੍ਰਦਰਸ਼ਨੀ ਇਸ ਵਿੱਚ ਇੱਕ ਤਰ੍ਹਾਂ ਦੀ ਪ੍ਰਦਰਸ਼ਨੀ ਹੈ ਜੋ ਤੁਹਾਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਤੁਸੀਂ ਕਿਵੇਂ ਰੇਗਿਸਤਾਨ ਵਿੱਚ ਹੋ ਅਤੇ ਰੇਤ ਤੁਹਾਡੇ ਉੱਪਰ ਆ ਰਹੀ ਹੈ। ਯਾਨੀ ਕਿ ਵਰਚੁਅਲ ਸੈਂਡ ਪ੍ਰਦਰਸ਼ਨੀ ਜਿਹੜੀ ਹੈ ਉਹ ਸਾਨੂੰ ਰੇਗਿਸਤਾਨ ਦਾ ਸੀਨ ਜਿਹੜਾ ਹੈ ਪੇਸ਼ ਕਰਾਉਂਦੇ ਹੈ ਕਿ ਰੇਗਿਸਤਾਨ ਦੇ ਵਿੱਚ ਅਸੀਂ ਹਾਂ ਅਤੇ ਰੇਤ ਸਾਡੇ ਉੱਪਰ ਜਿਹੜੀ ਹੈ ਆ ਰਹੀ ਹੈ। ਇੱਥੇ ਤੁਸੀਂ ਰੇਤ ਨੂੰ ਵੱਖ ਵੱਖ ਰੂਪ ਵੀ ਦੇ ਸਕਦੇ ਹੋ। ਇੱਥੇ ਚਮਤਕਾਰੀ ਫੁੱਲਾਂ ਦੀ ਪ੍ਰਦਰਸ਼ਨੀ ਵਿੱਚ, ਯਾਨੀ ਕਿ ਉਸ ਤੋਂ ਬਾਅਦ ਹੈ ਚਮਤਕਾਰੀ ਫੁੱਲ ਪ੍ਰਦਰਸ਼ਨੀ, ਜੋ ਕਿ ਲੱਕੜੀ ਦੇ ਫਰਸ਼ ਉੱਤੇ ਪੈਰ ਰੱਖਣ ਨਾਲ ਫੁੱਲ ਖਿੜਨੇ ਜਿਹੜੇ ਹਨ ਸ਼ੁਰੂ ਹੋ ਜਾਂਦੇ ਹਨ। ਯਾਨੀ ਕਿ ਇੱਕ ਲੱਕੜੀ ਦੀ ਜਿਹੜੇ ਪ੍ਰਦਰਸ਼ਨੀ ਬਣਾਈ ਗਈ ਹੈ ਸ਼ੋਪੀਸ ਆ, ਉਸ 'ਤੇ ਜੇਕਰ ਅਸੀਂ ਸਕਰੀਨ ਹੈ ਨੀਚੇ, ਉਸ 'ਤੇ ਜੇਕਰ ਅਸੀਂ ਪੈਰ ਰੱਖਾਂਗੇ ਤਾਂ ਉਸ 'ਤੇ ਫੁੱਲ ਖਿੜਨੇ ਸ਼ੁਰੂ ਹੋ ਜਾਣਗੇ। ਜਦੋਂ ਇਹਨਾਂ ਤੋਂ ਕਾਹਲੀ ਕਾਹਲੀ ਪੈਰ ਰੱਖਾਂਗੇ ਤਾਂ ਉਹ ਬੱਦਲਾਂ ਦਾ ਰੂਪ ਜਿਹੜਾ ਹੈ ਧਾਰਨ ਕਰ ਜਾਣਗੇ। ਇੱਥੇ ਤੁਸੀਂ ਮੇਕਅਪ ਨਾਲ ਸਿਰਫ 2 ਮਿੰਟ ਵਿੱਚ ਬੁੱਢੇ ਨੂੰ ਜਵਾਨ ਅਤੇ ਜਵਾਨ ਨੂੰ ਬਜ਼ੁਰਗ ਬਣਾ ਸਕਦੇ ਹੋ। ਯਾਨੀ ਕਿ ਉੱਥੇ ਇੱਕ ਇਹੋ ਜਿਹੀ ਪ੍ਰਦਰਸ਼ਨੀ ਪੇਸ਼ ਕੀਤੀ ਗਈ ਹੈ ਕਿ ਜਿਹੜੇ ਮੇਕਅਪ ਰਾਹੀਂ ਹੈ 2 ਮਿੰਟਾਂ ਵਿੱਚ ਹੀ ਬੁੱਢੇ ਨੂੰ ਜਵਾਨ ਅਤੇ ਜਵਾਨ ਨੂੰ ਬੁੱਢਾ ਜਿਹੜਾ ਹੈ ਪੇਸ਼ ਕਰ ਸਕਦੀ ਹੈ। ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਇੱਥੇ 3 ਕਰੋੜ ਏਕੜ ਵਿੱਚ ਊਰਜਾ ਪਾਰਕ ਬਣਾਇਆ ਗਿਆ ਹੈ। ਯਾਨੀ ਕਿ ਜਿਹੜੀ ਊਰਜਾ ਪ੍ਰਾਪਤ ਕਰਨ ਲਈ ਜਿਹੜੀ ਹੈ ਬਿਜਲੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇੱਥੇ 3 ਕਰੋੜ ਏਕੜ ਵਿੱਚ ਜਿਹੜੀ ਹੈ ਉਸ ਦਾ ਜਿਹੜਾ ਮਾਡਲ ਨਮੂਨਾ ਪੇਸ਼ ਕੀਤਾ ਗਿਆ ਹੈ। ਸਾਇੰਸ ਸਿਟੀ ਦੇ ਇਸ ਹਿੱਸੇ ਵਿੱਚ ਸਿਰਫ ਸੂਰਜੀ ਊਰਜਾ ਹੀ ਵਰਤੀ ਜਾਂਦੀ ਹੈ। ਯਾਨੀ ਕਿ ਇਸ ਦੀ ਜਿਹੜੀ ਬਿਜਲੀ ਤਿਆਰ ਕੀਤੀ ਜਾਂਦੀ ਹੈ ਉਹ ਸੂਰਜ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਸੌਰ ਊਰਜਾ ਹੈ ਉਹ। ਅੱਗੇ ਸੰਗੀਤਕ ਕੁਰਸੀ 'ਤੇ ਬੈਠਦੇ, ਇੱਕ ਸੰਗੀਤਕ ਕੁਰਸੀ ਹੈ ਜਿਸ 'ਤੇ ਬੈਠਦਿਆਂ ਹੀ ਇੱਥੇ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ ਅਤੇ ਇੱਕ ਮਿੱਠੀ ਜਿਹੀ ਸੰਗੀਤਕ ਧੁਨ ਸੁਣਾਈ ਦੇਵੇਗੀ। ਇਹ ਇੱਕ ਅਦਭੁਤ ਨਜ਼ਾਰਾ ਹੈ। ਇੱਥੇ ਇਸ ਦੇ ਹੇਠਾਂ ਖੜ੍ਹੇ ਹਾਥੀ ਦੀ ਸੂੰਡ 'ਤੇ ਪਾਣੀ ਪਾਉਣ ਨਾਲ ਹਾਥੀ ਜਿਹੜਾ ਹੈ ਪਾਣੀ ਸੁੱਟਦਾ ਦਿਖਾਈ ਦਿੰਦਾ ਹੈ। ਯਾਨੀ ਕਿ ਸੰਗੀਤਕ ਕੁਰਸੀ ਹੈ, ਉਸ 'ਤੇ ਬੈਠਦੇ ਹੀ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਇੱਕ ਸੰਗੀਤਕ ਜਿਹੀ ਧੁਨ ਯਾਨੀ ਕਿ ਮਿਊਜ਼ਿਕ ਜਿਹੜਾ ਹੈ ਸ਼ੁਰੂ ਹੋ ਜਾਂਦਾ ਹੈ, ਅਤੇ ਇਸ ਦਾ ਜਿਹੜਾ ਇੱਕ ਅਦਭੁਤ ਨਜ਼ਾਰਾ ਪੇਸ਼ ਹੋਇਆ ਹੈ। ਇਸ ਦੇ ਹੇਠਾਂ ਖੜ੍ਹੇ ਹਾਥੀ ਦੀ ਸੂੰਡ 'ਤੇ ਪਾਣੀ ਪਾਉਂਦਿਆਂ ਹੀ ਜਿਹੜਾ ਹੈ ਹਾਥੀ ਪਾਣੀ ਸੁੱਟਦਾ ਦਿਖਾਈ ਦਿੰਦਾ ਹੈ। ਪਣ ਸ਼ਕਤੀ ਕੇਂਦਰ ਯਾਨੀ ਕਿ ਜਿਹੜੀ ਪਾਣੀ ਦੀ ਊਰਜਾ ਹੈ ਉਸ ਦਾ ਵੀ ਮੁੱਖ ਆਕਰਸ਼ਣ ਹੈ। ਇੱਥੇ ਰੱਖਿਆ ਗਿਆ ਰਣਜੀਤ ਸਾਗਰ ਡੈਮ ਮਾਡਲ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇੱਥੇ ਵੱਖ ਵੱਖ ਮਾਡਲਾਂ ਰਾਹੀਂ ਸਮਝਾਇਆ ਗਿਆ ਹੈ ਕਿ ਪਾਣੀ ਤੋਂ ਬਿਜਲੀ ਜਿਹੜੀ ਹੈ ਕਿਵੇਂ ਤਿਆਰ ਕੀਤੀ ਜਾਂਦੀ ਹੈ। ਯਾਨੀ ਕਿ ਰਣਜੀਤ ਸਾਗਰ ਡੈਮ ਹੈ ਉਸ ਦਾ ਜਿਹੜਾ ਮਾਡਲ ਪੇਸ਼ ਕੀਤਾ ਗਿਆ ਹੈ ਉਸ ਵਿੱਚ ਇਹ ਦੱਸਿਆ ਗਿਆ ਕਿ ਪਾਣੀ ਤੋਂ ਜਿਹੜੀ ਬਿਜਲੀ ਕਿਸ ਪ੍ਰਕਾਰ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਰਮਾਣੂ ਸ਼ਕਤੀ ਯਾਨੀ ਕਿ ਜੋ ਬੰਬ ਬਣਾਉਣ ਦੀ ਸ਼ਕਤੀ ਹੈ, ਪਰਮਾਣੂ ਬੰਬ, ਉਹਨਾਂ ਦੀ ਜਿਹੜੇ ਵਿਸ਼ੇਸ਼ ਗੁਣ ਹਨ ਉਹਨਾਂ ਰਾਹੀਂ ਵੀ ਦੱਸਿਆ ਕਿ ਪਰਮਾਣੂ ਸ਼ਕਤੀ ਜਿਹੜੀ ਹੈ ਸਿਰਫ ਬੰਬ ਬਣਾਉਣ ਲਈ ਹੀ ਨਹੀਂ ਸਗੋਂ ਇਹ ਬਹੁਤ ਥਾਵਾਂ 'ਤੇ ਸਾਡੀ ਭਲਾਈ ਲਈ ਵੀ ਵਰਤੀ ਜਾਂਦੀ ਹੈ। ਸਾਇੰਸ ਸਿਟੀ ਵਿੱਚ ਬਣੀ ਝੀਲ ਦੇ ਵਿਚਕਾਰ ਇੱਕ ਟਾਪੂ ਬਣਾਇਆ ਗਿਆ ਹੈ ਜਿਸ ਦੇ ਡਾਇਨਾਸੌਰ ਲਗਭਗ 44 ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ। ਯਾਨੀ ਕਿ ਇਸ ਦੇ ਵਿੱਚ ਇੱਕ ਝੀਲ ਹੈ ਜਿਸ ਦੇ ਵਿੱਚ 44 ਜਿਹੜੇ ਡਾਇਨਾਸੌਰ ਦੇ ਮਾਡਲ ਪੇਸ਼ ਕੀਤੇ ਗਏ ਹਨ, ਨਮੂਨੇ ਪੇਸ਼ ਕੀਤੇ ਗਏ ਹਨ। ਉਹ ਜਿਹੜੇ ਹਨ ਫਾਈਬਰ ਦੇ ਬਣੇ ਹੋਏ ਹਨ ਅਤੇ ਮਾਡਲ ਲਗਭਗ ਕੁਦਰਤ ਦੇ ਲੱਗਦੇ ਹਨ। ਬਣੇ ਤਾਂ ਉਹ ਮਾਡਲ ਦੇ ਹੋਏ ਹਨ ਪਰ ਉਹ ਕੁਦਰਤੀ ਨਜ਼ਾਰੇ ਜਿਹੜੇ ਹਨ ਪੇਸ਼ ਕਰਦੇ ਹਨ।
ਇਸ ਪਾਰਕ ਵਿੱਚ ਪੌਦੇ ਵੀ ਉਸ ਸਮੇਂ ਦੇ ਹੀ ਲਾਉਣ ਦਾ ਯਤਨ ਕੀਤਾ ਗਿਆ ਹੈ। ਜੰਗੀ ਹਥਿਆਰਾਂ ਨਾਲ ਸੰਬੰਧਿਤ ਗੈਲਰੀ ਵਿੱਚ ਰੱਖਿਆ ਗਿਆ ਮਿਗ 23 ਅਗਸਤ 1980 ਵਿੱਚ ਬਣਾਇਆ ਗਿਆ ਅਤੇ 1981-82 ਵਿੱਚ ਭਾਰਤੀ ਹਵਾਈ ਫੌਜ ਨੂੰ ਸੌਂਪਿਆ ਗਿਆ। ਇਸ ਨੂੰ ਆਪਰੇਸ਼ਨ ਬਰਾਸਟੈਕ ਅਤੇ ਕਾਰਗਿਲ ਦੀ ਲੜਾਈ ਵਿੱਚ ਵਰਤਿਆ ਗਿਆ। ਇੱਥੇ ਰੱਖਿਆ ਗਿਆ ਵਿਜਯੰਤਾ ਟੈਂਕ, ਯਾਨੀ ਕਿ ਜੋ ਕਿ ਟੈਂਕ ਸੀ ਵਿਜਯੰਤਾ, ਉਸ ਦਾ ਭਾਰਤ ਦਾ ਬਣਿਆ ਸੁਦੇਸ਼ੀ ਟੈਂਕ ਹੈ। ਇਹ ਟੈਂਕ 1971 ਦੀ ਲੜਾਈ ਜੰਗ ਵਿੱਚ ਵਰਤੇ ਗਏ ਹਨ। ਜਹਾਜ਼ ਵਿੱਚ ਬੈਠਣ ਦੀ ਇੱਛਾ ਅੱਜ ਹਰੇਕ ਦੀ ਹੈ, ਪਰ ਪੂਰੀ ਕਿਸੇ ਕਿਸੇ ਦੀ ਹੁੰਦੀ ਹੈ। ਸਾਇੰਸ ਸਿਟੀ ਵਿੱਚ ਰੱਖਿਆ ਗਿਆ ਸਵਾਤੀ LT ਹਵਾਈ ਜਹਾਜ਼ ਇੱਥੇ ਆਉਣ ਵਾਲਿਆਂ ਦੀ ਇਹ ਇੱਛਾ ਪੂਰੀ ਕਰਦਾ ਹੈ। ਇਹ ਜਹਾਜ਼ ਪੰਜਾਬ ਸਰਕਾਰ ਨੇ ਸਾਇੰਸ ਸਿਟੀ ਨੂੰ ਤੋਹਫੇ ਵਜੋਂ ਦਿੱਤਾ ਗਿਆ, ਯਾਨੀ ਕਿ ਜਿਹੜਾ ਹੈ ਇਹ ਜਹਾਜ਼ ਸੀ ਜੋ ਕਿ ਪੰਜਾਬ ਸਰਕਾਰ ਵੱਲੋਂ ਸਾਇੰਸ ਸਿਟੀ ਲਈ ਪੇਸ਼ ਕੀਤਾ ਗਿਆ ਹੈ, ਤੋਹਫੇ ਵਿੱਚ ਦਿੱਤਾ ਗਿਆ ਉਹਨਾਂ ਰਾਹੀਂ। ਇਸ ਦੀ ਵਰਤੋਂ ਜਹਾਜ਼ ਚਾਲਕ ਦੀ ਟ੍ਰੇਨਿੰਗ ਲਈ ਕੀਤੀ ਜਾਂਦੀ ਹੈ, ਯਾਨੀ ਕਿ ਇਸ ਦੀ ਜਿਹੜੀ ਵਰਤੋਂ ਹੈ ਉਹ ਜਹਾਜ਼ ਜਿਹੜੇ ਚਲਾਉਣ ਲਈ ਉਸ ਦੀ ਟ੍ਰੇਨਿੰਗ ਹੁੰਦੀ ਹੈ ਉਹਨਾਂ ਲਈ ਕੀਤੀ ਜਾਂਦੀ ਹੈ। ਸਾਇੰਸ ਸਿਟੀ ਵਿੱਚ ਸਾਇੰਸ ਆਫ ਸਪੋਰਟਸ ਗੈਲਰੀ ਵੀ ਹੈ, ਯਾਨੀ ਕਿ ਇੱਥੇ ਜਿਹੜੀ ਹੈ ਇੱਕ ਸਪੋਰਟਸ ਗੈਲਰੀ ਵੀ ਪੇਸ਼ ਕੀਤੀ ਗਈ ਹੈ। ਇਹ ਗੈਲਰੀ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਕ ਸਿਧਾਂਤਾਂ ਦੇ ਰਹੱਸਾਂ ਨੂੰ ਖੋਲ੍ਹਦੀ ਹੈ, ਯਾਨੀ ਕਿ ਉਸ ਦੇ ਭੇਦਾਂ ਨੂੰ ਖੋਲ੍ਹਦੀ ਹੈ। ਕ੍ਰਿਕਟ ਵਿੱਚ ਬਾਲ ਕਿਵੇਂ ਸਪਿਨ ਹੁੰਦੀ ਹੈ ਅਤੇ ਸਮੇਤ ਜਿਹੜੀਆਂ ਹੋਰ ਵੀ ਜਿਹੜੀਆਂ ਖੇਡਾਂ ਹਨ, ਹਾਕੀ ਹੈ, ਬਾਸਕਟਬਾਲ, ਵਾਲੀਬਾਲ ਆਦਿ ਪਿੱਛੇ ਕੰਮ ਕਰਕੇ ਵਿਗਿਆਨਕ ਸਿਧਾਂਤਾਂ ਨੂੰ ਵਿਸਥਾਰ ਵਿੱਚ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਗੈਲਰੀ ਵਿੱਚ ਦਿੱਲੀ ਦੀ ਮੈਟਰੋ, ਜਾਪਾਨ ਦੀ ਬੁਲਟ ਟ੍ਰੇਨ, ਕਾਲਕਾ ਦੀ ਸ਼ਿਮਲਾ ਰੇਲ ਅਤੇ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ, ਯਾਨੀ ਕਿ ਜਿਹੜੇ ਰੇਲਵੇ ਦੇ ਹੈਗੇ ਹਨ ਗੈਲਰੀ ਵਿੱਚ, ਰੇਲਵੇ ਗੈਲਰੀ ਵਿੱਚ ਵੀ ਬਹੁਤ ਸਾਰੇ ਮਾਡਲ ਪੇਸ਼ ਕੀਤੇ ਗਏ ਹਨ ਉਹਨਾਂ ਦੇ ਰੇਲਵੇ ਦੇ। ਇਸ ਪ੍ਰਕਾਰ ਵਿਗਿਆਨਕ ਅਤੇ ਮਨੋਰੰਜਨ ਦਾ ਇਹ ਅਨੋਖਾ ਸੰਗਮ ਅੱਜ ਸਾਰੇ ਵਿਦਿਆਰਥੀਆਂ ਲਈ ਜਗਤ ਵਿੱਚ ਇੱਕ ਚਾਨਣ ਮੁਨਾਰੇ ਦਾ ਕੰਮ ਪੇਸ਼ ਕਰਦਾ ਹੈ। ਧੰਨਵਾਦ।